बवाणियाँ कहानियाँ पुत सपुत करे न। वाहिगुरू जी का खालसा वाहिगुरू जी की फतेह। गुरे इतिहास सिख इतिहास की लड़ी विच अज असी माता नानकी जी के जीवन उत्ते कुछ कुछ विचार करांगे। माता नानकी जी छेवें नानक गुरु हरगोबिंद साहब के महल सन और गुरु तेग बहादुर साहब के माता जी। माता नानकी जी जिहा कि इन्हां दे सारे जीवन दे विचों एक गल परिलक्षित होंदी है, आप एक बहुत सुघड़ माँ, क्योंकि मावां दे सिर उत्ते बहुत वड्डी जिम्मेदारी होंदी है और जिन्नी वड्डी शख्सियत होवे उन्नी गहरी छाप उस उत्ते जरूर माँ दी ही होंदी है। माता नानकी जी गुरु घर दे अंदर आप जी दा वेख्या जावे तां ये धर्म पुत्री भी हैं माता गंगा जी दी, उन्हां दे नूंह भी हैं। सतवें नानक अठवें नानक ते 10वें नानक इन्हां दे दादी माता जी ते 9वें माता जी 9वें पातशाह दे माता जी का मान होना माता नानकी जी नूं ये मान प्राप्त है। जिथे 7वें 8वें 9वें 10वें नानक इन्हां दी शख्सियत दी घाड़त दे विच माता नानकी जी का बहुत वड्डा हथ है। इस तो एक गल तां खास प्रगट होंदी है कि गुरु घर दियां जड़ियां परंपरावां हन और सिक्खी की जिहड़ी घाड़त घड़ी जा रही है उहदे अंदर इन्हां मातावां दा बहुत वड्डा हथ है। माता गंगा जी, बीबी भानी जी, माता नानकी जी, माता गुजरी जी, इन्हां सारियां दे जीवन नूं जेकर असी थोड़ा जिन्ना नीज ला के तकीए तां इन्हां दे शख्सियत दी जड़ी दृढ़ता है, कितने मारू हमले सिक्खी दे उत्ते होए ने, किन्नियां मुश्किलां दे विचों ये समा ये भयानक समा निकलिया है, पर मातावां ने अडोल हर रज़ा नूं खिड़े मत्थे मन्निया है, खिड़े मत्थे प्रवान कीता है और सिक्खी दियां परंपरावां नूं आंच नहीं आन दिती। सटजियां मावां ही सटजियां शख्सियतां घड़दियां हन। इस गल दा असी आम तौर ते मातावां दे रोल नूं अनगोलिया कर जांदे हां, पर जे थोड़ा जिन्ना इस बारे ध्यान दईए विचार करिए तां एक गल सुते सिद्ध प्रगट हो जाती है कि इन्हां मातावां दी शख्सियत किन्नी गहर गंभीर है। माता नानकी जी का आनंद कारज 6वें नानक गुरु हरगोबिंद साहब दे नाल 6 अप्रैल सन 1613 नूं बकाले दे नामी ग्रामी गुरसिख हरिचंद जी दी सपुत्री माता नानकी जी दे नाल होया है।
ਮਾਤਾ ਜੀ ਨੂੰ ਤਾਂ ਪਰਿਵਾਰ ਤੋਂ ਬੜੇ ਚੰਗੇ ਸੁਚੱਜੇ ਸ਼ਖਸੀਅਤਾਂ ਦੇ ਗੁਣ ਜਿਹੜੇ ਨੇ ਆਪ ਜੀ ਨੂੰ ਮਿਲੇ ਹਨ, ਚੰਗੇ ਸੰਸਕਾਰ ਮਿਲੇ ਹਨ। ਔਰ ਜਦੋਂ ਆਪ ਜੀ ਵਿਆਹ ਕੇ ਆਉਂਦੇ ਹਨ ਤਾਂ ਮਾਤਾ ਗੰਗਾ ਜੀ ਦੀ ਯੋਗ ਅਗਵਾਈ ਆਪ ਜੀ ਨੂੰ ਮਿਲਦੀ ਹੈ। ਇੱਕ ਮਾਂ ਦਾ, ਧਰਮ ਮਾਂ ਦਾ ਜਿਹੜਾ ਪਿਆਰ ਹੈ ਉਹ ਮਿਲਦਾ ਹੈ। ਸੰਨ 1628 ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਮਾਤਾ ਜੀ ਹਰ ਸਮੇਂ ਅਡੋਲ ਖੜੇ ਹਨ, ਭਾਵੇਂ ਸਮਾਂ ਯੁੱਧ ਦਾ ਹੈ ਤੇ ਭਾਵੇਂ ਸਮਾਂ ਸ਼ਾਂਤੀ ਦਾ ਹੈ। ਗੁਰੂ ਸਾਹਿਬ ਪ੍ਰਚਾਰ ਵਾਸਤੇ ਜਿੱਥੇ ਜਿੱਥੇ ਜਾ ਰਹੇ ਹਨ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦੀ ਤੋਂ ਬਾਅਦ, ਸ਼ਹਾਦਤ ਤੋਂ ਬਾਅਦ ਸਮਾਂ ਬਦਲਿਆ, ਸਮੇਂ ਦਾ ਰੰਗ ਬਦਲਿਆ, ਤੌਰ ਤਰੀਕਾ ਬਦਲਿਆ ਹੈ। ਤਾਂ ਉਸ ਬਦਲੇ ਹੋਏ ਤੌਰ ਤਰੀਕੇ ਦੇ ਅੰਦਰ ਮਾਤਾ ਨਾਨਕੀ ਜੀ ਦਾ ਗੁਰੂ ਸਾਹਿਬ ਦੇ ਨਾਲ ਮੋਢਾ ਢਾ ਕੇ ਖੜੇ ਹੋਣਾ ਆਪਣੇ ਆਪ ਦੇ ਵਿੱਚ ਇਹਨਾਂ ਦੀ ਭਰਵੀਂ ਔਰ ਮਜ਼ਬੂਤ ਸ਼ਖਸੀਅਤ ਦਾ ਲਖਾਇਕ ਹੈ। ਬਹੁਤ ਵੱਡੇ ਵੱਡੇ ਮਾਰੂ ਹਮਲੇ ਸਿੱਖੀ ਉੱਤੇ ਹੋਏ ਨੇ ਔਰ ਉਸ ਸਾਰੇ ਹਮਲਿਆਂ ਦੇ ਵਿੱਚ ਭਾਵੇਂ ਯੁੱਧ ਦਾ ਸਮਾਂ ਆਇਆ, 1629 ਤੋਂ ਲੈ ਕੇ 1634 ਤੱਕ 4 ਵੱਡੇ ਜੰਗ ਲੜੇ ਗਏ ਨੇ। ਔਰ ਉਹਨਾਂ ਜੰਗਾਂ ਯੁੱਧਾਂ ਦੇ ਅੰਦਰ ਅੰਦਾਜ਼ਾ ਇਸ ਗੱਲ ਤੋਂ ਲੱਗ ਸਕਦਾ ਹੈ, ਸੰਨ 1634 ਦੇ ਅੰਦਰ ਸਾਹਿਬਜ਼ਾਦਾ ਤੇਗ ਬਹਾਦਰ ਜੀ ਕਰਤਾਰਪੁਰ ਦੀ ਦੂਜੀ ਜੰਗ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਇਹਨਾਂ ਦੇ ਮਾਤਾ ਜੀ, ਮਾਤਾ ਨਾਨਕੀ ਜੀ ਦੇ ਸਾਹਿਬਜ਼ਾਦੇ ਹੀ ਹਨ ਨਾ। ਸਾਹਿਬਜ਼ਾਦਾ ਤੇਗ ਬਹਾਦਰ ਜੀ ਜਿਹੜੇ ਅੱਗੋਂ 9ਵੇਂ ਨਾਨਕ ਬਣੇ, ਤਾਂ ਮਾਤਾ ਜੀ ਨੇ ਸਾਹਿਬਜ਼ਾਦੇ ਦੀ ਸ਼ਖਸੀਅਤ ਕੱਢਣ ਦੇ ਵਿੱਚ ਕਿੰਨਾ ਵੱਡਾ ਯੋਗਦਾਨ ਪਾਇਆ ਹੋਵੇਗਾ। ਹੁਣ ਜੇਕਰ ਪ੍ਰਚਾਰ ਦਾ ਸਮਾਂ ਸੀ, ਗੁਰੂ ਪਾਤਸ਼ਾਹ ਨਾਨਕ ਮਤੇ ਜਾਂਦੇ ਨੇ, ਮਾਲਵੇ ਵਿੱਚ ਜਾਂਦੇ ਨੇ, ਹੋਰ ਥਾਵਾਂ ਉੱਤੇ ਜਾਂਦੇ ਨੇ, ਤੇ ਮਾਤਾ ਨਾਨਕੀ ਜੀ ਨਾਲ ਨਾਲ ਹਰ ਥਾਂ ਦੇ ਉੱਤੇ ਪ੍ਰਚਾਰ ਦੇ ਵਿੱਚ, ਗੁਰੂ ਘਰ ਦੀ ਹਰ ਸੇਵਾ ਦੇ ਵਿੱਚ ਮਾਤਾ ਨਾਨਕੀ ਜੀ ਪੂਰੀ ਤਰ੍ਹਾਂ ਤਨਦੇਹੀ ਦੇ ਨਾਲ ਗੁਰੂ ਸਾਹਿਬ ਦੇ ਨਾਲ ਹਨ। ਸੰਨ 1634 ਦੇ ਵਿੱਚ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਫੈਸਲਾ ਕੀਤਾ ਕਿ ਹੁਣ ਉਹ ਮਾਝੇ ਨੂੰ ਛੱਡ ਕੇ, ਭਾਵ ਰਾਵੀ ਤੇ ਬਿਆਸ ਦਾ ਵਿਚਕਾਰਲਾ ਇਲਾਕਾ, ਅੰਮ੍ਰਿਤਸਰ, ਗੁਰਦਾਸਪੁਰ ਇਤਿਆਦਿ, ਇਸ ਨੂੰ ਛੱਡ ਕੇ ਕੀਰਤਪੁਰ ਵਿਖੇ, ਜਿਹੜਾ ਰੋਪੜ ਦੇ ਨੇੜੇ ਹੈ, ਇਸ ਥਾਂ ਦੇ ਉੱਤੇ ਆ ਜਾਂਦੇ ਹਨ, ਸਤਲੁਜ ਦੇ ਕੰਢੇ। ਔਰ ਕੀਰਤਪੁਰ ਨਗਰ ਜਿਹੜਾ ਬਾਬਾ ਗੁਰਦਿੱਤਾ ਜੀ ਨੇ ਵਸਾਇਆ ਹੈ ਗੁਰੂ ਹਰਗੋਬਿੰਦ ਸਾਹਿਬ ਦੇ ਕਹਿਣ ਤੇ, ਉਹ ਗੁਰੂ ਸਾਹਿਬ 10 ਸਾਲ ਇਸੇ ਥਾਂ ਦੇ ਉੱਤੇ ਆਪਣਾ ਮੁਕਾਮ ਰੱਖਦੇ ਹਨ। ਹੁਣ ਇਹ ਜੋ ਮਾਝੇ ਦਾ ਇਲਾਕਾ ਹੈ, ਇਸ ਦੀ ਸੇਵਾ ਸੰਭਾਲ ਦੇ ਲਈ ਸਾਹਿਬਜ਼ਾਦਾ ਤੇਗ ਬਹਾਦਰ ਔਰ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਇਹ ਉਹੀ ਅਸਥਾਨ ਹੈ। ਇਹ ਇਸ ਥਾਂ ਦੇ ਉੱਤੇ, ਕਿਉਂਕਿ ਇਹ ਬਕਾਲਾ ਦੇ ਨਿਵਾਸੀ ਹੀ ਨੇ, ਤੇ ਇਸੇ ਥਾਂ ਦੇ ਉੱਤੇ ਇਹਨਾਂ ਨੂੰ ਰਹਿਣ ਦੀ ਹਦਾਇਤ ਗੁਰੂ ਹਰਗੋਬਿੰਦ ਸਾਹਿਬ ਕਰਦੇ ਨੇ। ਔਰ ਇਸ ਪੂਰੇ ਇਲਾਕੇ ਦੇ ਵਿੱਚ ਜਿੰਨਾ ਪ੍ਰਚਾਰ ਹੋ ਰਿਹਾ ਹੈ, ਉਸ ਪ੍ਰਚਾਰ ਦੀ ਸਾਰੀ ਜ਼ਿੰਮੇਦਾਰੀ ਮਾਤਾ ਜੀ ਔਰ ਸਾਹਿਬਜ਼ਾਦਾ ਤੇਗ ਬਹਾਦਰ ਸਾਹਿਬ ਨੂੰ ਦਿੱਤੀ ਜਾਂਦੀ ਹੈ। ਇਹੀ ਉਹ ਸਮਾਂ ਹੈ। ਗੁਰੂ ਹਰਗੋਬਿੰਦ ਸਾਹਿਬ 1634 ਤੋਂ 1644 ਤੱਕ ਆਪ ਜੀ ਕੀਰਤਪੁਰ ਰਹਿੰਦੇ ਹਨ ਔਰ ਉੱਥੇ ਕੌਮ ਦੀ ਤਿਆਰੀ ਕਰ ਰਹੇ ਹਨ। 1644 ਦੇ ਅੰਦਰ ਗੁਰਿਆਈ ਜਿਹੜੀ ਹੈ ਉਹ ਗੁਰੂ ਹਰਿਰਾਏ ਸਾਹਿਬ ਨੂੰ ਦੇ ਕਰਕੇ 6ਵੇਂ ਪਾਤਸ਼ਾਹ ਜੋਤੀ ਜੋਤ ਸਮਾਉਂਦੇ ਨੇ ਔਰ ਪੂਰਾ ਸੰਪਰਕ ਗੁਰੂ ਘਰ ਦੇ ਨਾਲ, 7ਵੇਂ ਨਾਨਕ ਗੁਰੂ ਹਰਿਰਾਏ ਸਾਹਿਬ ਦੇ ਨਾਲ ਪੂਰਾ ਤਾਲਮੇਲ ਸਾਹਿਬਜ਼ਾਦਾ ਤੇਗ ਬਹਾਦਰ ਸਾਹਿਬ ਦਾ। ਹਾਲੇ ਗੁਰਿਆਈ ਦੀ ਬਖਸ਼ਿਸ਼ ਤਾਂ ਅੱਗੋਂ ਜਾ ਕਰ ਹੋਣੀ ਹੈ 1664 ਦੇ ਵਿੱਚ,
पर ਜਿਹੜਾ ਕੰਮ ਸੌਂਪਿਆ ਹੋਇਆ ਹੈ ਮਾਝੇ ਦੇ ਇਲਾਕੇ ਦੀ ਸਾਰੀ ਜਿਹੜੀ ਇੱਥੋਂ ਦਾ ਸਾਰਾ ਪ੍ਰਬੰਧ ਸੰਗਤਾਂ ਦੀ ਅਗਵਾਈ ਤੇਗ ਬਹਾਦਰ ਸਾਹਿਬ ਕਰ ਰਹੇ ਨੇ। ਹੁਣ ਜਿਹਾ ਕਿ ਆਪ ਜੀ ਨੂੰ ਵਿਦਿਤ ਹੋਵੇਗਾ, ਗੁਰੂ ਹਰਰਾਏ ਸਾਹਿਬ ਨੇ 4 ਧੂਣੀਆਂ ਵੀ ਸਥਾਪਿਤ ਕੀਤੀਆਂ। ਸਿੱਖੀ ਪ੍ਰਚਾਰ ਨੂੰ ਪੱਕੇ ਪੈਰਾਂ ਹੇਠ ਲਿਆਉਣ ਵਾਸਤੇ ਅਲਮਸਤ ਜੀ, ਗੋਂਦਾ ਜੀ ਤੇ ਭਗਤ ਭਗਵਾਨ ਜਿਹੜੇ ਕਿ ਬਿਹਾਰ ਦੇ ਵਿੱਚ ਨੇ, ਜਿਨ੍ਹਾਂ ਦਾ ਡੇਰਾ ਮਹਾਤਮਾ ਬੁੱਧ ਦਾ ਜਿਹੜਾ ਉਹ ਸਥਾਨ ਹੈ ਉਸ ਦੇ ਬਾਹਰ ਉਹਨਾਂ ਦਾ ਡੇਰਾ ਹੈ। 360 ਚੇਲਿਆਂ ਦੇ ਨਾਲ ਇਹ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਨੇ, ਸਿੱਖੀ ਧਾਰਨ ਕਰਦੇ ਨੇ ਔਰ ਪੂਰੇ ਬਿਹਾਰ ਦੇ ਵਿੱਚ ਵਾਪਸ ਜਾ ਕੇ 360 ਕੇਂਦਰ ਸਿੱਖੀ ਦੇ ਸਥਾਪਿਤ ਹੁੰਦੇ ਨੇ ਇਕੱਲੇ ਬਿਹਾਰ ਦੇ ਅੰਦਰ। ਹਾਲਾਂਕਿ ਬਿਹਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀਆਂ ਸੰਗਤਾਂ ਸਥਾਪਿਤ ਕੀਤੀਆਂ, ਸਾਲਸ ਰਾਏ ਜੋਰੀ ਤੇ ਅਦਰਕਾ ਦੇ ਪ੍ਰਬੰਧ ਹੇਠ, ਗੁਰੂ ਅਮਰਦਾਸ ਜੀ ਨੇ ਇਸੇ ਅਸਥਾਨ ਦੇ ਉੱਤੇ ਸਰੂਪਦਾਸ ਭੱਲਾ ਜੀ ਨੂੰ ਭੇਜਿਆ ਹੈ ਤੇ ਹੁਣ ਇਸ ਨੂੰ ਪੱਕੇ ਪੈਰੀ ਗੁਰੂ ਹਰਰਾਏ ਸਾਹਿਬ ਨੇ ਭਗਤ ਭਗਵਾਨ ਦੇ ਰਾਹੀਂ ਇਤਨੇ ਕੇਂਦਰ ਸਥਾਪਿਤ ਕੀਤੇ। ਤਾਂ ਇਹਨਾਂ ਕੇਂਦਰਾਂ ਦੀ ਸਾਰ ਲੈਣ ਲਈ ਤੇਗ ਬਹਾਦਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪ ਇਹਨਾਂ ਇਲਾਕਿਆਂ ਦੇ ਵਿੱਚ ਜਾਣ, ਬਿਹਾਰ ਵਾਲੇ ਪਾਸੇ। ਸੋ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ 1656 ਦੇ ਅੰਦਰ ਗੁਰੂ ਹਰਰਾਏ ਸਾਹਿਬ ਦੇ ਕਹਿਣ ਤੇ ਜਾਂਦੇ ਹਨ ਤਾਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਔਰ ਤੇਗ ਬਹਾਦਰ ਸਾਹਿਬ ਇਸ ਅਸਥਾਨ ਦੇ ਉੱਤੇ ਆਪ ਸਿੱਖੀ ਦੇ ਪ੍ਰਚਾਰ ਵਾਸਤੇ ਇਹਨਾਂ ਸਥਾਨਾਂ ਤੇ ਜਾਂਦੇ ਹਨ ਔਰ ਪੂਰਾ ਜਿਹੜਾ ਪ੍ਰਬੰਧ ਭਗਤ ਭਗਵਾਨ ਤੇ ਉਹਨਾਂ ਦੇ ਚੇਲਿਆਂ ਦਾ ਇਸ ਪੂਰੇ ਇਲਾਕੇ ਦੇ ਵਿੱਚ ਹੋਇਆ ਹੈ, ਉਸ ਸਾਰੇ ਦੀ ਪ੍ਰਬੰਧਕੀ ਜਿਹੜੀ ਦੇਖ ਰੇਖ ਹੈ ਮਾਤਾ ਜੀ ਔਰ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਸਥਾਨ ਦੀ ਕੀਤੀ ਹੈ। ਸਨ 1661 ਦੇ ਵਿੱਚ ਜਦੋਂ ਪਤਾ ਲੱਗਦਾ ਹੈ ਕਿ ਗੁਰੂ ਹਰਰਾਏ ਸਾਹਿਬ ਜੋਤੀ ਜੋਤ ਸਮਾ ਗਏ ਹਨ ਤਾਂ ਮਾਤਾ ਜੀ ਔਰ ਤੇਗ ਬਹਾਦਰ ਸਾਹਿਬ ਵਾਪਸ ਪਰਤਦੇ ਨੇ। ਪਤਾ ਲੱਗਦਾ ਹੈ ਕਿ ਗੁਰੂ 8ਵੇਂ ਨਾਨਕ ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਵਿਖੇ ਨੇ ਤਾਂ ਮਾਤਾ ਜੀ ਵੀ ਔਰ ਤੇਗ ਬਹਾਦਰ ਸਾਹਿਬ ਇਸ ਅਸਥਾਨ ਤੇ ਵਾਪਸ ਦਿੱਲੀ ਪਹੁੰਚਦੇ ਨੇ। ਦਿੱਲੀ ਪਹੁੰਚ ਕਰਕੇ ਆਪ ਜੀ ਨੂੰ ਹੁਣ ਫਿਰ ਬਕਾਲੇ ਜਾਣ ਵਾਸਤੇ ਆਖਿਆ ਜਾਂਦਾ ਹੈ ਔਰ ਬਕਾਲੇ ਜਿਹੜੇ ਨੇ ਮਾਤਾ ਜੀ ਫਿਰ ਪਹੁੰਚਦੇ ਨੇ ਔਰ ਜਿਹੜਾ ਸਿੱਖੀ ਦੀ ਸੇਵਾ ਸੰਭਾਲ ਦਾ ਜਿਹੜਾ ਕਾਰਜ ਹੈ ਉਹ ਆਪ ਜੀ ਇਸ ਅਸਥਾਨ ਤੋਂ ਉਸੇ ਤਰ੍ਹਾਂ ਫਿਰ ਕਰਨਾ ਸ਼ੁਰੂ ਕਰ ਦਿੰਦੇ ਨੇ। ਔਰ ਇਹੀ ਉਹ ਸਮਾਂ ਹੈ ਸਨ 1664 ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਂਦੇ ਨੇ ਦਿੱਲੀ ਵਿਖੇ ਔਰ ਜਿਹੜੀ ਗੁਰਿਆਈ ਹੈ ਉਹ ਤੇਗ ਬਹਾਦਰ ਸਾਹਿਬ ਬਾਬਾ ਬਕਾਲੇ ਦੇ ਰੂਪ ਵਿੱਚ ਮਿਲਦੀ ਹੈ। ਇਸ ਵੇਲੇ ਵੀ ਜਦੋਂ 22 ਮੰਜੀਆਂ ਸਥਾਪਿਤ ਹੋ ਗਈਆਂ ਤਾਂ ਉਸ ਵੇਲੇ ਮਾਤਾ ਜੀ ਦਾ ਉਹ ਜੋ ਪ੍ਰਬੰਧ ਸੀ, ਮਾਤਾ ਗੁਜਰੀ ਜੀ ਦਾ, ਮਾਤਾ ਨਾਨਕੀ ਜੀ ਦਾ, ਆਪਣੇ ਆਪ ਵਿੱਚ ਇਸ ਜਿਹੜੀ ਨਵੀਂ ਇੱਕ ਸਮੱਸਿਆ ਪੈਦਾ ਹੋਈ ਹੈ ਉਸ ਨੂੰ ਸੁਲਝਾਉਣ ਵਾਸਤੇ ਔਰ ਉਸ ਦੇ ਵਿੱਚੋਂ ਆਪਣਾ ਰਾਹ ਕੱਢਣ ਦਾ ਮਾਤਾ ਜੀ ਦਾ ਇੱਕ ਬਹੁਤ ਸਿਆਣਪ ਭਰਿਆ ਔਰ ਬੜੀ ਅਗਵਾਈ ਯੋਗ ਅਗਵਾਈ ਮਾਤਾ ਜੀ ਨੇ ਕੀਤੀ ਹੈ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਹੁਣ ਬਕਾਲੇ ਤੋਂ ਆਪ ਜੀ ਜਿਸ ਵੇਲੇ ਸਿੱਖੀ ਪ੍ਰਚਾਰ ਦੇ ਲਈ ਕੀਰਤਪੁਰ ਦੇ ਲਾਗੇ ਇੱਥੋਂ ਦੀ ਅੱਗੋਂ ਦੀ ਪੰਜ ਕੁਕੋ ਤੇ ਅਨੰਦਪੁਰ ਜਿਹੜਾ ਅੱਜ ਅਨੰਦਪੁਰ ਨਗਰ ਹੈ, ਇਸ ਨੂੰ ਜਦੋਂ ਮਾਖੋਵਾਲ ਦੀ ਜ਼ਮੀਨ ਲੈ ਕਰਕੇ ਵਸਾਉਂਦੇ ਨੇ ਤਾਂ ਨਾਂ ਰੱਖਿਆ ਜਾਂਦਾ ਹੈ ਚੱਕ ਮਾਤਾ ਨਾਨਕੀ। ਭਾਵ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਨਾਨਕੀ ਜੀ ਦੇ ਨਾਂ ਤੇ ਇਸ ਅਸਥਾਨ ਨੂੰ ਵਸਾਇਆ ਜੋ ਬਾਅਦ ਵਿੱਚ ਅਨੰਦਪੁਰ ਦੇ ਰੂਪ ਵਿੱਚ ਪ੍ਰਗਟ ਹੋਇਆ।
ਮਾਤਾ ਜੀ ਦਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਸ ਤੋਂ ਬਾਅਦ ਫਿਰ ਪ੍ਰਚਾਰ ਦੌਰਿਆਂ ਤੇ ਜਾਂਦੇ ਨੇ, ਉਹ ਗੁਰੂ ਸਾਹਿਬ ਦਾ ਬਹੁਤ ਵੱਡਾ ਪ੍ਰਚਾਰ ਦੌਰਾ ਜਿਹੜਾ ਹੈ ਫਿਰ ਪੂਰਬ ਦੇ ਇਲਾਕੇ ਵਿੱਚ ਹੈ। ਗੁਰੂ ਨਾਨਕ ਸਾਹਿਬ ਤੋਂ ਬਾਅਦ ਸਭ ਤੋਂ ਵੱਧ ਜੇ ਦੂਜੇ ਥਾਂ ਤੇ, ਸਭ ਤੋਂ ਵੱਧ ਤਾਂ ਗੁਰੂ ਨਾਨਕ ਸਾਹਿਬ ਹੀ ਲੰਬੇ ਪ੍ਰਚਾਰਕ ਦੌਰਿਆਂ ਤੇ ਗਏ ਹਨ, ਤੇ ਉਸ ਤੋਂ ਬਾਅਦ ਜਿਹੜਾ ਸਭ ਤੋਂ ਦੂਜੇ ਥਾਂ ਤੇ ਜਿਹੜੇ ਪ੍ਰਚਾਰ ਦੌਰੇ ਬਣਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਬਣਦੇ ਨੇ। ਉਹ ਗੁਰੂ ਤੇਗ ਬਹਾਦਰ ਸਾਹਿਬ ਵੀ ਜਦੋਂ ਜਾਂਦੇ ਹਨ ਦੂਸਰੀ ਵੇਰਾਂ ਪ੍ਰਚਾਰ ਦੌਰਿਆਂ ਤੇ ਇਹਦੇ ਪੂਰਬ ਵਾਲੇ ਪਾਸੇ ਸੰਨ 1664 ਤੋਂ ਗੁਰਿਆਈ ਮਿਲਣ ਤੋਂ ਬਾਅਦ, ਚੱਕ ਨਾਨਕੀ ਵਸਾਨ ਤੋਂ ਬਾਅਦ, ਤਾਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ, ਇਹ ਪਰਿਵਾਰ ਨੂੰ ਪਟਨੇ ਵਿਖੇ ਛੱਡਿਆ ਜਾਂਦਾ ਹੈ। ਔਰ ਇੱਥੋਂ ਦੀ ਗੁਰੂ ਸਾਹਿਬ ਅੱਗੇ ਆਸਾਮ ਵੱਲ ਜਾਂਦੇ ਹਨ। ਪਰਿਵਾਰ ਦੀ ਸੰਭਾਲ ਮਾਤਾ ਨਾਨਕੀ ਜੀ ਦੇ ਜ਼ਿੰਮੇ ਰਹਿੰਦੀ ਹੈ, ਮਾਮਾ ਕਿਰਪਾਲ ਚੰਦ ਜੀ ਦੇ ਜ਼ਿੰਮੇ। ਸੋ ਇਸ ਸਾਰਿਆਂ ਨੇ ਰਲ ਮਿਲ ਕੇ ਇਸ ਅਸਥਾਨ ਤੇ ਪਟਨੇ ਵਿਖੇ ਗੁਰੂ ਬਾਲਾ ਪ੍ਰੀਤਮ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਇਸੇ ਅਸਥਾਨ ਤੇ ਹੁੰਦਾ ਹੈ। ਤਾਂ ਮਾਤਾ ਜੀ ਦੀ ਪੂਰੀ ਦੇਖ ਰੇਖ ਇਸ ਅਸਥਾਨ ਤੋਂ ਆਪ ਜੀ ਯੋਗ ਅਗਵਾਈ ਦਿੰਦੇ ਰਹਿੰਦੇ ਹਨ। ਸੰਨ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਦਿੱਲੀ ਵਿਖੇ ਸ਼ਹੀਦੀ ਹੁੰਦੀ ਹੈ। ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਕਾਰਜ ਨੇ ਉਹਨਾਂ ਸਾਰਿਆਂ ਦੇ ਵਿੱਚ ਮਾਤਾ ਜੀ ਆਪਣਾ ਪੂਰਾ ਅਹਿਮ ਯੋਗਦਾਨ ਪਾਉਂਦੇ ਨੇ। ਤੇ ਮਾਤਾ ਜੀ ਸੰਨ 1678 ਦੇ ਅੰਦਰ ਗੁਰਪੁਰੀ ਸਿਧਾਰਦੇ ਨੇ। ਔਰ ਮਾਤਾ ਜੀ ਦੇ ਜੀਵਨ ਦੇ ਵਿੱਚ ਸਾਨੂੰ ਇਹ ਗੱਲ ਮਿਲਦੀ ਹੈ ਕਿ ਆਪ ਦੀ ਯੋਗ ਅਗਵਾਈ ਦੇ ਵਿੱਚ 6ਵੇਂ ਪਾਤਸ਼ਾਹ ਤੋਂ ਲੈ ਕਰਕੇ 10ਮ ਪਾਤਸ਼ਾਹ ਤੱਕ ਆਪ ਜੀ ਨੇ ਇੱਕ ਅਹਿਮ ਰੋਲ ਅਦਾ ਕੀਤਾ। ਕਿੰਨੇ ਉਤਾਰ ਚੜ੍ਹਾਅ, ਕਦੇ ਸ਼ਾਂਤੀ ਦਾ ਸਮਾਂ ਆਇਆ, ਕਦੇ ਜੰਗਾਂ ਯੁੱਧਾਂ ਦਾ ਸਮਾਂ ਆਇਆ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੋਈ ਹੈ। ਕਈ ਤਰ੍ਹਾਂ ਦੇ ਸਿੱਖੀ ਦੇ ਉੱਤੇ ਮਾਰੂ ਹਮਲੇ ਹੋਏ ਹਨ, ਪਰ ਮਾਤਾ ਜੀ ਅਡੋਲ ਇੱਕ ਆਪਣਾ ਜਿਹੜਾ ਯੋਗਦਾਨ ਹੈ ਸਿੱਖੀ ਦੇ ਪ੍ਰਚਾਰ ਲਈ। ਤੇ ਫਿਰ ਜਿੱਥੇ ਜਿੱਥੇ ਗੁਰੂ ਸਾਹਿਬ ਜਾਂਦੇ ਹਨ, ਗੁਰਿਆਈ ਤੋਂ ਬਾਅਦ ਔਰ ਗੁਰਿਆਈ ਤੋਂ ਪਹਿਲਾਂ ਮਾਤਾ ਜੀ ਨਾਲ ਨਾਲ ਇਹਨਾਂ ਦੇ ਰਹਿੰਦੇ ਹਨ, ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ। ਔਰ ਜਦੋਂ ਬਕਾਲੇ ਵਿਖੇ ਰਹਿੰਦੇ ਹਨ ਤਾਂ ਬਕਾਲੇ ਦੇ ਵਿੱਚ ਵੀ ਪੂਰੀ ਤਰ੍ਹਾਂ ਉਸ ਇਲਾਕੇ ਦੀ ਜਿਹੜੀ ਸੇਵਾ ਸੰਭਾਲ ਹੈ, ਸਿੱਖੀ ਦੀ ਪ੍ਰਫੁੱਲਤਾ ਦੇ ਲਈ ਜੋ ਵੀ ਯੋਗ ਅਗਵਾਈ ਮਾਤਾ ਜੀ ਨੇ ਕੀਤੀ, ਇਹ ਆਪਣੇ ਆਪ ਦੇ ਵਿੱਚ ਇਹ ਪਹਿਲੀ ਵੇਰਾ ਹੋਇਆ ਹੈ ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਕਿ ਮਾਤਾਵਾਂ ਦਾ ਇੰਨਾ ਵੱਡਾ ਯੋਗਦਾਨ ਗੁਰੂ ਘਰ ਵੱਲੋਂ, ਜਿਨ੍ਹਾਂ ਨੇ ਉਹ ਇਸਤਰੀਆਂ ਜਿਨ੍ਹਾਂ ਨੂੰ ਹਿੰਦੂ ਸਮਾਜ ਦੇ ਅੰਦਰ ਦੁਜੈਲੇ ਸ਼ਹਿਰੀ ਮੰਨਿਆ ਜਾਂਦਾ ਜਾਂ ਇਹਨਾਂ ਨੂੰ ਸਮਾਜ ਦੇ ਵਿੱਚ ਰੁਤਬਾ ਨਾ ਦਿੱਤਾ ਜਾਂਦਾ, ਪਰ ਇਹਨਾਂ ਮਾਤਾਵਾਂ ਨੇ ਇੱਕ ਨਵਾਂ ਪੈੜ ਖੋਲ੍ਹਿਆ ਹੈ, ਇੱਕ ਅਜਿਹਾ ਸਮਾਜ ਦੇ ਅੰਦਰ ਸਥਾਪਿਤ ਕੀਤੀਆਂ, ਅਜਿਹੀਆਂ ਨਵੀਆਂ ਕਦਰਾਂ ਕੀਮਤਾਂ ਸਥਾਪਿਤ ਕੀਤੀਆਂ ਨੇ ਕਿ ਮਾਤਾਵਾਂ ਨੇ ਇਸਤਰੀ ਜਾਤੀ ਦਾ, ਸੰਪੂਰਨ ਇਸਤਰੀ ਜਾਤੀ ਦਾ, ਉਹ ਖਾਸ ਤੌਰ ਤੇ ਹਿੰਦੁਸਤਾਨ ਦੀ ਇਸਤਰੀ ਜਾਤੀ ਦਾ ਸਿਰ ਉੱਚਾ ਕੀਤਾ ਹੈ। ਅਜੇ ਸਨ ਮਾਤਾ ਜੀ ਬਾਰ-ਬਾਰ ਨਮਸਕਾਰ ਨੂੰ ਜੀ ਕਰਦਾ ਹੈ। ਮਾਤਾ ਨਾਨਕੀ ਜੀ ਜਿਨ੍ਹਾਂ ਦੇ ਨਾਂ ਤੇ ਚੱਕ ਨਾਨਕੀ ਵਸਿਆ, ਅੱਜ ਜਿਸ ਨੂੰ ਅਨੰਦਪੁਰ ਸਾਹਿਬ ਆਖਿਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਵਾਣੀਆਂ ਕਹਾ